सतगुर नो सब को वेखदा, जेता जगत संसार। डिठे मुकत न होवई, जिचर शब्द न करे विचार। मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर गर्भास न परिया रे। सतनाम वाहिगुरु साहिब जी, आखण जोर चुपै न जोर। जोर न मंगण देण न जोर, जोर न जीवन मरण न जोर। जोर न राज माल मन शोर, जोर न सुरती ज्ञान विचार। जोर न जुगती छुटै संसार। जिस हाथ जोर कर वेखै सोए, नानक उत्तम नीच न कोय। जिस हाथ जोर कर वेखै सोए, नानक उत्तम नीच न कोय। वाहिगुरु जी का खालसा, वाहिगुरु जी की फतेह। जपजी साहिब जी दी पवित्र बाणी विचों 33 नंबर पावन पौड़ी, जिस दी विचार श्रवण करा रहे हैं अत सत्कारयोग ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ। ਆਪ ਸੰਗਤਾਂ ਲਈ ਬੇਨਤੀ, ਗਰਮੀ ਦੀਆਂ ਬੱਚਿਆਂ ਦੀਆਂ ਚੱਲ ਰਹੀਆਂ ਛੁੱਟੀਆਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਉਪਰਾਲਾ ਕਰਕੇ ਵੱਖ-ਵੱਖ ਸਿੰਘ ਸਭਾ ਗੁਰਦੁਆਰਿਆਂ ਵਿੱਚ ਪੰਜਾਬੀ ਸਿਖਾਉਣ ਵਾਸਤੇ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਆਪਣੇ ਬੱਚਿਆਂ ਨੂੰ ਵੱਧ ਚੜ੍ਹ ਕੇ ਗੁਰਮੁਖੀ ਸਿੱਖਣ ਲਈ ਉਹਨਾਂ ਕੈਂਪਾਂ ਵਿੱਚ ਭੇਜੋ, ਤਾਂ ਕਿ ਬੱਚੇ ਗੁਰਮੁਖੀ ਸਿੱਖ ਕੇ ਸਤਿਗੁਰੂ ਦੀ ਬਾਣੀ ਦਾ ਪਾਠ ਕਰ ਸਕਣ ਅਤੇ ਆਪਣੇ ਅਮੋਲਕ ਵਿਰਸੇ ਨਾਲ ਜੁੜ ਸਕਣ। ਬੇਨਤੀ ਪ੍ਰਵਾਨ ਕਰਨੀ। ਆਓ ਅਗਲੇ ਸਮੇਂ ਲਈ ਸਾਹਿਬਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ
ਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਹਾਜ਼ਰੀਆਂ ਭਰਦੇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਕਥਾ ਦਾ, ਵਿਚਾਰ ਦਾ, ਗੁਰੂ ਦੀ ਬਾਣੀ ਨਾਲ ਜੁੜਨ ਦੇ ਜਿਹੜੇ 3 ਉੱਤਮ ਤਰੀਕੇ ਹਨ, ਇਹ ਤੀਸਰਾ ਹੈ। ਪਹਿਲਾ ਸਵੇਰੇ ਤੁਸੀਂ ਪਾਠ ਕੀਤਾ ਹੈ, ਫਿਰ ਕੀਰਤਨ, ਹੁਣ ਕਥਾ। 3 ਤਰੀਕਿਆਂ ਨਾਲ ਬਾਣੀ ਨਾਲ ਜੁੜਿਆ ਜਾ ਸਕਦਾ ਹੈ, ਪਾਠ ਕਰਕੇ, ਕੀਰਤਨ ਕਰਕੇ, ਕਥਾ ਕਰਕੇ। ਇਸ ਤੋਂ ਇਲਾਵਾ ਤਾਂ ਫਿਰ ਇਹੋ ਹੀ ਹੈ ਜਿਹੜਾ ਆਪਾਂ ਕਰ ਰਹੇ ਹਾਂ ਕਿ ਬਾਬਾ ਤੈਨੂੰ ਦੂਰੋਂ ਹੀ ਮੱਥਾ ਟੇਕਿਆ। ਇੱਕ ਬੜੀ ਪੰਜਾਬ ਦੇ ਵਿੱਚ ਇੱਕ ਪ੍ਰਚਲਿਤ ਗੱਲ ਹੈ, ਜਿਸ ਦੀ ਨਾ ਸੁਣਨੀ ਹੋਵੇ, ਜਿਸ ਦੀ ਨਾ ਮੰਨਣੀ ਹੋਵੇ, ਜਿਸ ਦੇ ਨਾਲ ਨਾ ਮਿਲਣਾ ਵਰਤਣਾ ਹੋਵੇ, ਉਹਨੂੰ ਕਹੀਦਾ ਬਾਬਾ ਤੈਨੂੰ ਦੂਰੋਂ ਹੀ ਮੱਥਾ ਟੇਕਿਆ। ਉਹ ਹਾਲਤ ਸਾਡੀ ਹੈ, ਅਸੀਂ ਦੂਰੋਂ ਹੀ ਮੱਥਾ ਟੇਕਦੇ ਹਾਂ। ਨੇੜੇ ਹੋਣ ਦਾ ਤਰੀਕਾ ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਗ੍ਰੰਥੀ ਸਿੰਘ ਲੱਗੋ, ਫਿਰ ਤਾਬਿਆ ਬੈਠੋ ਤਾਂ ਨੇੜੇ ਹੋਵੋਗੇ। ਇਹ ਸੇਵਾ ਨੇ ਸੱਚੇ ਪਾਤਸ਼ਾਹ ਤੁਰ ਉੱਠ ਕੇ ਕੁਛ ਜੀਵਾਂ ਦੀ ਝੋਲੀ ਵਿੱਚ ਪਾਉਂਦੇ ਨੇ, ਪਰ ਕਈ ਮੇਰੇ ਵਰਗੇ ਐਸੇ ਵੀ ਨੇ ਜਿਹੜੇ ਇੱਥੇ ਵੀ ਇਹ ਸਮਝਦੇ ਨੇ ਵੀ ਮੈਂ ਤਾਂ ਗ੍ਰੰਥੀ ਹਾਂ। ਉਹਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਗੁਰੂ ਦੇ ਘਰ ਵਿੱਚ ਇਸ ਤੋਂ ਵੱਡੀ ਕੋਈ ਪੋਸਟ ਹੈ ਹੀ ਨਹੀਂ। ਕਈ ਵਾਰੀ ਅਸੀਂ ਦੁਨਿਆਵੀ ਪਦਵੀਆਂ ਨੂੰ ਬਹੁਤ ਵੱਡਾ ਸਮਝਦੇ ਹਾਂ, ਪਰ ਮੈਂ ਖੁਦ ਇਸ ਗੱਲ ਦਾ ਇੱਕ ਛੋਟਾ ਜਿਹਾ ਗੁਰੂ ਘਰ ਦਾ ਇੱਕ ਗ੍ਰੰਥੀ ਮੈਂ ਗਵਾਹ ਹਾਂ। ਮੈਂ ਦੁਨੀਆ ਵਿੱਚ ਜੋ ਕੁਛ ਵੀ ਪਾਇਆ ਹੈ ਉਹ ਇਸ ਗ੍ਰੰਥੀ ਦੀ ਪਦਵੀ ਕਰਕੇ ਪਾਇਆ ਹੈ।
ਨਾ ਮੈਨੂੰ ਕਦੇ ਵੀਜ਼ਾ ਲਵਾਉਣ ਲਈ ਮਿੰਨਤਾਂ ਕਰਨੀਆਂ ਪਈਆਂ, ਨਾ ਮੈਨੂੰ ਆਪਣੇ ਬੱਚੇ ਅਮਰੀਕਾ ਭੇਜਣ ਲਈ ਕਿਸੇ ਅੱਗੇ ਹੱਥ ਜੋੜਨੇ ਪਏ। ਗੁਰੂ ਨੇ ਨਾਮ ਵੀ ਦਿੱਤਾ, ਨਾਵਾਂ ਵੀ ਦਿੱਤਾ। ਤੇ ਹੈ ਤੇ ਮੈਂ ਗ੍ਰੰਥੀ ਹਾਂ ਨਾ, ਇਹ ਤੇ ਹੈ ਨਹੀਂ ਵੀ ਸਭ ਕੁਝ ਮਿਲਣ ਤੋਂ ਬਾਅਦ ਮੈਂ SHO ਬਣ ਗਿਆ ਜੀ, ਮੈਂ ਕੋਈ DC ਬਣ ਗਿਆ ਜੀ, ਮੈਂ ਕੋਈ ਮੰਤਰੀ ਸੰਤਰੀ ਬਣ ਗਿਆ ਜੀ। ਸਾਨੂੰ ਨਹੀਂ ਪਤਾ ਕਿ ਇਸ ਅਹੁਦੇ ਦੀ, ਇਸ ਪਦਵੀ ਦੀ ਗਰਮਾ ਕਿੰਨੀ ਹੈ, ਕਿੰਨਾ ਕੁ ਗੁਰੂ ਤਰੁੱਠਦਾ ਹੋਏਗਾ ਕਿ ਉਸ ਵਿਅਕਤੀ ਨੂੰ ਆਪਣਾ ਚਵਰ ਦੇ ਦਿੰਦਾ ਹੋਏਗਾ ਕਿ ਤੂੰ ਮੇਰੇ ਹਜ਼ੂਰ ਰਹਿਣਾ ਹੈ ਤੇ ਤੂੰ ਮੇਰੇ ਕੋਲ ਬੈਠਣਾ ਹੈ, ਤੂੰ ਹੀ ਮੇਰੀ ਸੇਵਾ ਕਰਨੀ ਹੈ। ਅੱਜ ਕੱਲ੍ਹ ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਥਾ ਚੱਲਦੀ ਹੈ ਤੇ ਉਹਦੇ ਵਿੱਚ ਭਾਈ ਬੱਲੂ ਜੀ ਦੀ ਸਾਖੀ ਆਈ ਸੀ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਬਣੇ, ਖਡੂਰ ਸਾਹਿਬ ਤੋਂ ਫਿਰ ਪੱਕੇ ਤੌਰ ਤੇ ਗੋਇੰਦਵਾਲ ਸਾਹਿਬ ਆ ਗਏ। ਇਹ ਜਾਣਦਿਆਂ ਹੋਇਆਂ ਕਿ ਗੁਰੂ ਅੰਗਦ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ, ਪੁੱਤਰ ਨੇ, ਉਹ ਨਾ ਤਾਂ ਮੈਨੂੰ ਸਿੰਘਾਸਣ ਤੇ ਬੈਠਾ ਵੇਖ ਕੇ ਖੁਸ਼ ਹੋਣਗੇ, ਨਾ ਹੀ ਸੰਗਤ ਨੂੰ ਮੱਥਾ ਟੇਕਦਿਆਂ ਵੇਖ ਕੇ ਖੁਸ਼ ਹੋਣਗੇ, ਤੇ ਨਾ ਹੀ ਗੁਰੂ ਘਰ ਦਾ ਚੜ੍ਹਤ ਚੜਾਵਾ ਵੇਖ ਕੇ ਖੁਸ਼ ਹੋਣਗੇ। ਤੇ ਕਿਉਂ ਨਾ ਹੋਵੇ, ਅਸੀਂ ਗੋਇੰਦਵਾਲ ਸਾਹਿਬ ਚਲੇ ਜਾਈਏ। ਪਿਤਾ ਗੁਰੂ ਦੇ ਚਲੇ ਜਾਣ ਕਰਕੇ ਗੁਰੂ ਅੰਗਦ ਸਾਹਿਬ ਦੇ, ਜਿਨ੍ਹਾਂ ਦੀ 12 ਸਾਲ ਉਹਨਾਂ ਨੇ ਸੇਵਾ ਕੀਤੀ ਸੀ, ਮਨ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਸੀ। ਘਰ ਆਏ, ਚੁਬਾਰੇ ਵਿੱਚ, ਜਿਸ ਚੁਬਾਰੇ ਦਾ ਜ਼ਿਕਰ ਫਿਰ ਬਾਬਾ ਮੋਹਨ ਜੀ ਦੇ ਇਤਿਹਾਸ ਨਾਲ ਜੁੜਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਜੁੜਦਾ ਹੈ, ਉਹ ਗੁਰੂ ਅਮਰਦਾਸ ਜੀ ਦਾ ਆਪਣੇ ਘਰ ਦਾ ਚੁਬਾਰਾ ਹੈ। ਉੱਥੇ ਆ ਕੇ ਬਹਿ ਗਏ, ਦਰਵਾਜ਼ਾ ਢੋ ਦਿੱਤਾ, ਸਭ ਨੂੰ ਮਨਾ ਕਰ ਦਿੱਤਾ। ਕਈ ਦਿਨ ਬੀਤ ਗਏ। ਜਦੋਂ ਸੰਗਤ ਬਹਿਬਲ ਹੋਈ ਤੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਬਾਬਾ ਜੀ ਤੁਸੀਂ ਅੱਗੇ ਲੱਗੋ। ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਗੁਰੂ ਅੰਤਰਜਾਮੀ ਹੈ, ਕਿ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਅਸੀਂ ਬਾਹਰ ਬੈਠੇ ਦਰਸ਼ਨਾਂ ਨੂੰ ਵਿਲਕਦੇ ਹਾਂ। ਪਰ ਅਖੀਰ ਭਾਈ ਬੱਲੂ ਨੂੰ ਕਿਹਾ ਗਿਆ। ਹੁਣ ਬੱਲੂ ਕੌਣ ਹੈ? ਬੱਲੂ ਉਹ ਹੈ ਜਿਹੜਾ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਂਦਾ। ਕਈ ਵਾਰੀ ਨਾ ਅਸੀਂ ਇਸ ਗਰਮਾ ਨੂੰ ਸਮਝਦੇ ਨਹੀਂ। ਬੱਲੂ ਕੌਣ ਹੈ? ਜਿਹੜਾ ਗੁਰੂ ਜੀ ਨੂੰ 2 ਵੇਲੇ ਪ੍ਰਸ਼ਾਦਾ ਛਕਾਉਂਦਾ। ਬੱਲੂ ਕੌਣ ਹੈ? ਜਿਹੜਾ ਗੁਰੂ ਸਾਹਿਬ ਦੇ ਬਸਤਰ ਧੋਂਦਾ। ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਆਪਣੇ ਘਰ ਦੇ ਵਿੱਚ ਉਹ ਲੋਕ ਜਿਹੜੇ ਤੁਹਾਡੀ ਇਹ ਸੇਵਾ ਕਰਦੇ ਨੇ, ਉਹ ਤੁਹਾਡੇ ਪੁੱਤਰਾਂ ਤੋਂ, ਭੈਣਾਂ ਭਰਾਵਾਂ ਤੋਂ, ਪਤੀ ਪਤਨੀ ਤੋਂ ਵੀ ਅੱਗੇ ਨੇ। ਬੜੇ ਲੋਕਾਂ ਨੂੰ ਤੁਸੀਂ ਵੇਖਿਆ ਹੋਣਾ ਵੀ ਉਹਨਾਂ ਨੂੰ ਨੌਕਰਾਂ ਨੇ ਮਾਰ ਦਿੱਤਾ, ਤੇ ਨੌਕਰਾਂ ਨੇ ਇੱਦਾਂ ਨਹੀਂ ਮਾਰਿਆ। ਉਹਦੇ ਪਿੱਛੇ ਬਹੁਤ ਲੰਬੀ ਕਹਾਣੀ, ਕਥਾ ਫਿਰ ਨਿਕਲਦੀ ਹੈ ਵੀ ਇੱਦਾਂ ਕਿੱਦਾਂ ਹੋ ਗਿਆ। ਬੱਚਿਆਂ ਵਾਂਗੂ ਪਾਲੇ ਨੌਕਰ ਪਿਤਾ ਵਰਗੇ ਮਾਲਕ ਨੂੰ ਕਿਵੇਂ ਮਾਰ ਸਕਦੇ ਨੇ? ਉਹਦੇ ਵਿੱਚ ਨਿਕਲ ਆਉਂਦੀ ਹੈ ਗੱਲ ਵੀ ਕਿਤੇ ਨਾ ਕਿਤੇ ਦੁਰਕਾਰਦੇ ਫਟਕਾਰਦੇ ਹੋਣਗੇ। ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਤੁਹਾਡੀ ਘਰ ਵਾਲੀ ਸੌਂ ਸਕਦੀ ਹੈ ਕਿ ਮੇਰੇ ਸਿਰ ਪੀੜ ਹੁੰਦੀ, ਮੈਂ ਤੇ ਸੌਣ ਲੱਗੀ ਹਾਂ, ਪਰ ਤੁਹਾਡਾ ਨੌਕਰ ਬੈਠਾ ਹੈ, मालिक दवाई लेके आऊं, आप खा लो, फिर आपको सोने का टाइम है, आप दवाई खा लो, फिर मैंने आपके लिए दूध भी गर्म करके रखा हुआ है। दसो इन्नी निकटता तो पत्नी नहीं कर सकती, पर असी उस नौकर नूं रोज़ फटकारदे हैं, रोज़ दुरकारदे हैं। तो मैं अपनी निजी कथा सुनाई सी भी मैं कनेडा वीज़ा अपलाई किया तो पूरी फैमिली का ही कर लिया।
ਉਹਦੇ ਵਿੱਚ ਜੇ ਤੁਸੀਂ ਫੈਮਿਲੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਫੀਸ ਘੱਟ ਹੈ, ਲਾਲਚ ਕੀਤਾ। ਨਹੀਂ ਤਾਂ ਪ੍ਰੀਸਟ ਦਾ ਸਾਡਾ ਤਾਂ ਫ੍ਰੀ ਹੈ। ਮੈਨੂੰ ਸੀ ਮੇਰੇ ਨਾਲ ਬੱਚਿਆਂ ਦਾ ਵੀ ਲੱਗ ਜਾਏਗਾ। ਅਮਰੀਕਾ ਤੋਂ ਮੈਂ ਆਇਆ ਸੀ, ਉਦੋਂ 3-4 ਸਾਲ ਮੈਂ ਛੱਡ ਕੇ ਚਲਾ ਗਿਆ ਸੀ। 10-15 ਦਿਨ ਲਈ ਆਇਆ ਤੇ ਵਿੱਚ ਵੀਜ਼ਾ ਅਪਲਾਈ ਕਰ ਲਿਆ। ਅਪਲਾਈ ਕਰਨ ਤੋਂ ਬਾਅਦ ਪਤਾ ਲੱਗਾ ਕਿ 15 ਦਿਨ ਤੁਸੀਂ ਐਮਬੈਸੀ ਨੂੰ ਕੁਐਸਚਨ ਆਨਸਰ ਨਹੀਂ ਕਰ ਸਕਦੇ। 15 ਦਿਨਾਂ ਬਾਅਦ ਤੁਸੀਂ ਪੁੱਛ ਸਕਦੇ ਵੀ ਮੇਰੇ ਐਪਲੀਕੇਸ਼ਨ ਦਾ ਸਟੇਟਸ ਕੀ ਹੈ। ਹੁਣ ਮੈਂ ਅਮਰੀਕਾ ਜਾਣਾ ਸੀ 8 ਤਰੀਕ। ਐਮਬੈਸੀ ਵਾਲੇ ਕਹਿਣ ਜੀ ਗੱਲ ਨਾ ਕਰੋ। ਸੱਚ ਜਾਣਨਾ, ਮੇਰੇ ਘਰ ਇੱਕ ਨੌਕਰਾਨੀ ਆਉਂਦੀ ਸੀ, ਉਹਦਾ ਨਾਂ ਸੀ ਸੰਤੋਸ਼। ਤੇ ਉਹਨੇ ਜਦੋਂ ਵੀ ਬੋਲਣਾ, बीबी जी हमारे बाबूजी बड़े अच्छे हैं, जो बाबूजी की पत्नी है ना, मैं उनकी मालिश करती हूँ, उनको नहलाती धुलाती हूँ, उनको खाना मैं ही खिलाती हूँ। पता कौन सी? प्रणाम मुखर्जी। फॉरेन मिनिस्टर सन। ਉਹ ਉਹਨਾਂ ਦੇ ਘਰ ਰਹਿੰਦੀ ਸੀ, ਉਹਨਾਂ ਦੀ ਨੌਕਰਾਨੀ ਸੀ ਤੇ ਪਾਰਟ ਟਾਈਮ ਮੇਰੇ ਘਰ ਵੀ ਆਉਂਦੀ ਸੀ। ਮੈਂ ਰਕਾਬਗੰਜ ਰਹਿਣਾ ਤੇ ਬਿਲਕੁਲ ਰਕਾਬਗੰਜ ਚੌਂਕ ਤੋਂ ਦੂਜੀ ਕੋਠੀ ਪ੍ਰਣਾਮ ਮੁਖਰਜੀ ਦੀ ਸੀ। ਤੇ ਮੈਂ ਕਿਹਾ ਸੰਤੋਸ਼ ਬੜੀ ਬਾतें करती है, हमारे बाबूजी हमारे बाबूजी। तो मैं क्या मेरी अपने बाबूजी से बात ही करवा दे। लो ये कौन सी बात है, आज ही लो। बड़ा कॉन्फिडेंस जी उस नौकरानी दे विच। बाबू जी मैं फ़ोन करूँगी, आ जाओगे? मैं क्या मैं आ जाऊँगा। पता मैनू फ़ोन किन्ने बजे आता? रात को 11:15 बजे। बाबू जी जल्दी से आ जाओ। मैं जल्दी से चला गया। हुण वो IAS ऑफिसर सी, ब्यूरोक्रेसी चो आया सी। उहदे कमरे च गूगल धुख रही है, दवा दव फाइलों ते साइन कर रहा है। इकल्ला बंदा, बहुत सियाणा बंदा सी प्रणाम मुखर्जी, राष्ट्रपति भी रहा साडा। मैं जाके बैठ गया। मैं उन्होंने जाके कहा, मैं जी सत श्री अकाल। उन्हें भी अगों थोड़ा जिहा कह के अपने काम लगा रहा। जो फाइल पूरी हो गई, बताइए। मैं कहा जी मेरी तो छोटी जी समस्या है, मेरे लिए बड़ी, आपके लिए छोटी है, बताओ। मैं कहा जी मैंने ये काम किया है और मेरी आज फ्लाइट है, मतलब कल रात को, तो मेरे को पासपोर्ट चाहिए वापस। कहते जी फिर वीजे का क्या होगा? पासपोर्ट तो मिल जाएगा। मैं कहा जी छोड़ो वीजे को, ठीक है आप जाइए, आपको 10 बजे उबे ठाकर जी का फ़ोन आएगा, मेरे पर्सनल सेक्रेटरी है, तो कल आपको पासपोर्ट मिल जाएंगे। तुसी यकीन करना, सवेरे 10 बजे फ़ोन आ गया, शामी 3 बजे मैनू पासपोर्ट मिल गया। हुण जिस अहुदे नूं, जिस पदवी नूं असीं नखिद्ध समझते हैं, सानूं पता ही नहीं इहदी अप्रोच कित्थों तक है। असीं ना वड्डियां नूं ही सलूट करते हैं, तो वड्डे वो ने जिन्हां ने कदे तुहाडे मरने परने ते भी नहीं आउणा, ये भी चेता रखियो। वो किसी ने कहा ना भी तू उसनूं जानदा है? वो कहंदा जी बिल्कुल जानदा। कहंदा फिर? कहंदा बदकिस्मती वो मैनू नहीं जानदा। वड्डे बंदे नूं कौन नहीं जानदा? बशर्त कि वड्डा तुहानूं भी जानदा है। वो नहीं जानेगा। छोटे नूं आदर देना सिर्फ केवल ते केवल गुरु दे हिस्से विच आया। जिथे नीच संभालियां न, तिथे नदर तेरी बख्शीश। मैं हमेशा कहना, चैरिटी फ्रॉम होम। जिस धर्म कर्म शुरू करना है तो अपने घर दे घरों शुरू करो। पहला तो अपने माँ प्यो तो करो, फिर अपने घर दे नौकरां तो करो। तुहाडे घर दे नौकर तो रुलदे फिरदे होण ते बाहर जाके गरीबां लई तुसीं कैंप लाउंदे होवो, की मायना है जी? जे मैं अपने नौकर संभाल लवां, तुसीं अपने संभाल लो, दूजा अपने संभाल लवे, तो की गरीब आदमी कदे अधोगति विच जा सकदा है?
मैं तां आप जी ਨੂੰ ਬੇਨਤੀ ਕੀਤੀ कि भाई बल्लू ਜਿਹੜਾ ਸੀ ਉਹ बहुत छोटा ਸੀ। ਕੰਮ ਕੀ ਸੀ ਉਹਦਾ? ਗੁਰੂ ਜੀ ਨੂੰ ਇਸ਼ਨਾਨ ਕਰਾਉਣਾ, ਗੁਰੂ ਜੀ ਦੇ ਬਸਤਰ ਧੋਣੇ, ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣਾ। ਪਰ ਇੱਕ ਮਾਤਰ ਸੂਤਰ ਨਿਕਲਿਆ, ਜਿਸ ਨੇ ਜਾ ਕੇ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਬਾਹਰ ਸੰਗਤ ਬੜੀ ਖਲੋਤੀ ਹੈ। ਹੁਣ ਕਹਿਣਾ ਤਾਂ ਇੰਨਾ ਹੀ ਸੀ, ਪਰ ਗੁਰੂ ਜੀ ਦੇ ਨਿਕਟਵਰਤੀ ਕੋਈ ਹੋਵੇ ਤੇ ਕਵੇ ਨਾ। ਕੋਈ ਗੁਰੂ ਜੀ ਦਾ ਕੋਈ ਨਿਕਟਵਰਤੀ ਹੋਵੇ ਤੇ ਕਵੇ ਜਾ ਕੇ ਕਿ ਮਹਾਰਾਜ ਬਾਹਰ ਸੰਗਤ ਖਲੋਤੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਫਿਰ ਕਿ ਭਾਈ ਤਿਆਰੀ ਕਰੋ, ਚੰਦੋਆ ਬੰਨੋ, ਪਲੰਗ ਡਸਾਓ, ਫਰਸ਼ ਵਿਛਾਓ। ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਦਰਸ਼ਨ ਬਖਸ਼ੇ। ਅਸੀਂ ਗੁਰੂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ, ਪਰ ਸਾਨੂੰ ਸਿੱਖਣ ਲਈ, ਸਮਝਣ ਲਈ, ਕਿਉਂਕਿ ਅਸੀਂ ਤਾਂ ਦੂਰੋਂ ਮੱਥਾ ਟੇਕਦੇ ਹਾਂ। ਨਾ ਬਾਣੀ ਪੜ੍ਹਨੀ ਹੈ, ਨਾ ਕੀਰਤਨ ਸੁਣਨਾ ਹੈ, ਨਾ ਕਥਾ ਸੁਣਨੀ ਹੈ। ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਜਿਹਦੀ ਨਾ ਹੀ ਗੱਲ ਸੁਣਨੀ ਮੰਨਣੀ ਹੋਵੇ ਉਹਦੇ ਲਈ ਇਹ ਕਹੀਦਾ। ਕੋਈ ਸਿਸਟਮ ਇੱਦਾਂ ਦਾ ਬਣ ਗਿਆ, ਸਜਾਵਟ ਵਿੱਚ ਆ ਗਈ, ਗੋਲਕ ਵਿੱਚ ਆ ਗਈ, ਥੋੜ੍ਹਾ ਜਿਹਾ ਸਾਨੂੰ ਮਜਬੂਰੀ ਵੀ ਹੋ ਗਈ ਆਪਣੀ ਹੁਣ ਵੀ ਥੋੜ੍ਹਾ ਜਿਹਾ ਡਿਸਟੈਂਸ ਬਣਾ ਕੇ ਰੱਖੋ। ਕੋਈ ਕਮਲਾ ਵੀ ਆ ਸਕਦਾ। ਕਈ ਕਮਲੇ ਅਕਲ ਕਰਕੇ ਹੁੰਦੇ ਨੇ, ਕਈ ਕਮਲੇ ਅਕਲ ਕਰਕੇ ਨਹੀਂ ਹੁੰਦੇ, ਜਾਣ ਬੁੱਝ ਕੇ ਹੁੰਦੇ ਨੇ। ਕਈ ਤਾਂ ਹੁੰਦੇ ਨਾ ਚਲੋ ਰੱਬ ਨੇ ਬੁੱਧੀ ਘੱਟ ਦਿੱਤੀ, ਮੰਦ ਬੁੱਧੀ ਕਹਿ ਦਈਏ ਆਪਾਂ, ਪਰ ਕਈ ਭੈੜੀ ਬੁੱਧੀ ਵਾਲੇ ਹੁੰਦੇ ਨੇ, ਉਹਨਾਂ ਤੋਂ ਵੀ ਸਾਡੀ ਮਜਬੂਰੀ ਬਣ ਗਈ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਅੱਜ ਜਦੋਂ ਆਪਾਂ ਇੱਥੇ ਜੁੜੇ ਹਾਂ, ਮਹਾਰਾਜ ਨੇ ਸਮਾਂ ਸਾਨੂੰ ਬਖਸ਼ਿਆ ਗੁਰਬਾਣੀ ਦੀ ਵਿਚਾਰ ਦਾ। ਬਾਣੀ ਦੀ ਵਿਚਾਰ ਹੋ ਰਹੀ ਹੈ ਜਪਜੀ ਸਾਹਿਬ ਜੀ ਦੀ, ਔਰ ਚਲਦੀ ਚਲਦੀ ਇਹ ਬਾਣੀ ਦੀ ਜਿਹੜੀ ਕਥਾ ਹੈ ਇਹ ਹੁਣ ਜਿਸ ਪੌੜੀ 'ਤੇ ਆਈ ਹੈ, ਜਿਵੇਂ ਆਪਾਂ ਮੰਨੇ ਦੀਆਂ ਪੌੜੀਆਂ ਕਹਿੰਦੇ ਆ, ਸੁਣੇ ਦੀਆਂ ਪੌੜੀਆਂ ਕਹਿੰਦੇ ਆ, ਇਸੇ ਤਰ੍ਹਾਂ ਅਸੰਖ ਦੀਆਂ ਪੌੜੀਆਂ ਨੇ, ਉਹ ਵੀ 3 ਨੇ। ਇਸੇ ਤਰ੍ਹਾਂ ਇਹ ਪੌੜੀ ਜਿਹੜੀ ਹੈ ਇਹ ਜ਼ੋਰ ਦੀ ਪੌੜੀ ਹੈ। ਜ਼ੋਰ ਦਾ ਅਰਥ ਕੀ ਹੈ? ਤਾਕਤ। ਇਹ ਤਾਂ ਅਸੀਂ ਆਮ ਹੀ ਕਹਿੰਦੇ ਨੇ ਵੀ ਤੇਰੇ 'ਚ ਕਿੰਨਾ ਕੁ ਜ਼ੋਰ ਹੈ, ਵੀ ਵਿਖਾ ਖਾ। ਸਮਰੱਥਾ, ਸ਼ਕਤੀ। ਤੋ ਇਹ ਗੱਲ ਇਹਨਾਂ ਦਿਨਾਂ ਵਿੱਚ ਆਖੀ ਵੀ ਗਈ ਹੈ। ਮੇਰੇ ਤੋਂ ਪਹਿਲਾਂ ਬੜੇ ਬੜੇ ਸਿਆਣੇ ਗੁਣੀ ਗਿਆਨੀ ਇੱਥੇ ਹਾਜ਼ਰੀ ਭਰ ਕੇ ਗਏ ਨੇ, ਔਰ ਉਹਨਾਂ ਨੇ ਇਸ ਗੱਲ ਨੂੰ ਕਹਿਣ ਦਾ ਯਤਨ ਵੀ ਕੀਤਾ ਹੈ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਅਰਥ ਭਾਵ ਨੂੰ ਸਮਝਣਾ ਹੈ ਤਾਂ ਤੁਹਾਡੇ ਲਈ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ ਜਪਜੀ ਸਾਹਿਬ ਨੂੰ ਸਮਝ ਲਓ। ਜਪਜੀ ਸਾਹਿਬ ਦੀ ਹੀ ਵਿਆਖਿਆ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲ ਜਾਏਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਵਾਸਤੇ ਹੋਰ ਬੜੇ ਸਹਾਇਕ ਗ੍ਰੰਥ ਨੇ, ਜਿਹੜੇ ਇੱਥੇ ਪ੍ਰਕਰਨ ਆਉਣਗੇ ਉਹਨਾਂ ਦੇ ਵਿਸਥਾਰ, ਉਹਨਾਂ ਦੀਆਂ ਵਿਆਖਿਆ, ਉਹਨਾਂ ਦੀਆਂ ਕਥਾ ਤੁਹਾਨੂੰ ਹੋਰ ਸਹਾਇਕ ਗ੍ਰੰਥਾਂ 'ਚੋਂ ਮਿਲ ਜਾਣਗੀਆਂ। ਗਲਤੀ ਉਦੋਂ ਹੁੰਦੀ ਜਦੋਂ ਅਸੀਂ ਬਰਾਬਰਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਬਰਾਬਰਤਾ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਤੇ ਕੋਈ ਕੰਟਰੋਵਰਸੀ ਨਹੀਂ ਹੈ ਮੇਰੀ ਕੌਮ 'ਚ। ਗੱਲ ਉਦੋਂ ਹੀ ਵਿਗੜਦੀ ਹੈ ਜਦੋਂ ਅਸੀਂ ਬਰਾਬਰਤਾ ਦੇਣ ਦੀ ਗੱਲ ਕਰਦੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜੋ ਅੱਜ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਗੁਰੂ ਕੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਹੋਰਾਂ ਪਾਸੋਂ, ਇਹ 33ਵੀਂ ਪੌੜੀ ਹੈ। ਆਖਣ ਜੋਰ ਚੁੱਪੈ ਨਹਿ ਜੋਰ। ਕਿ ਬੋਲਣ ਵਿੱਚ, ਕਿਉਂਕਿ ਹਰ ਬੰਦੇ ਕੋਲੇ ਗਿੱਠ ਲੰਬੀ ਜ਼ੁਬਾਨ ਹੈ,
ਆਪਾਂ ਆਮ ਹੀ ਕਹਿ ਦਿੰਦੇ ਵੀ ਇਹ ਤਾਂ ਬੜਾ ਹੀ ਬੋਲਦਾ ਹੈ ਜੀ। ਖਾਸ ਕਰਕੇ ਟੀਵੀ ਦੇ ਉੱਪਰ ਤੇ ਅੱਜ ਕੱਲ੍ਹ ਹੱਦ ਹੋਈ ਪਈ ਹੈ। ਉਹਨੂੰ ਭਾਵੇਂ ਤੁਸੀਂ ਪੀਲੀ ਪੱਤਰਕਾਰੀ ਕਹੋ, ਭਾਵੇਂ ਉਹਨੂੰ ਤੁਸੀਂ ਗੋਦੀ ਮੀਡੀਆ ਕਹੋ, ਭਾਵੇਂ ਖਰੀਦਿਆ ਮੀਡੀਆ ਕਹੋ, ਭਾਵੇਂ ਉਹ ਬੰਦੇ ਮਿੱਥ ਕੇ ਬੋਲਦੇ ਨੇ, ਭਾਵੇਂ ਉਹ ਬੰਦੇ ਸੁਭਾਵਕ ਬੋਲਦੇ ਨੇ, ਪਰ ਜਪਜੀ ਸਾਹਿਬ ਦੀ ਬਾਣੀ ਦਾ ਅਰਥ ਇਹ ਹੈ ਕਿ ਬੋਲਣਾ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ। ਔਰ ਇਹਦੀ ਬਹੁਤ ਸੁੰਦਰ ਇੱਕ ਪੰਕਤੀ ਹੈ, ਬਾਬਾ ਬੋਲਤੇ ਥੇ ਕਹਾਂ ਗਏ। ਸ਼ਾਇਦ ਆਪ ਜੀ ਨੂੰ ਯਾਦ ਹੋਏਗਾ, ਇੱਕ ਪੱਤਰਕਾਰ ਇੱਕ ਨਿਊਜ਼ ਦਿੰਦਾ ਹੁੰਦਾ ਸੀ ਰਾਤ ਨੂੰ, ਅਸੀਂ ਸਾਰੇ ਸੁਣਦੇ ਸੀ, ਔਰ ਉਹਦਾ ਇੱਕ ਤਕੀਆ ਕਲਾਮ ਸੀ, कि इंतजार कीजिए कल तक। वो आज तक ते वो एक न्यूज़ दिंदा हुंदा सी, ते यकीन करना एक दिन मैं भी रात नूं उहदी न्यूज़ जरूर सुननी, मैनूं नां नहीं याद आ रहा उहदा, पर एक दिन उहदी मौत हो गई। तुहाडी भी रोटी खराब होई होनी, मेरी भी होई, क्योंकि साडी अटैचमेंट हो जाती है जदों असीं किसी नूं सुणदे आ ना, फिर सुनने तो बाद की हुंदा है, साडा उहदे नाल प्यार बनदा है। प्यार तो बाद की हुंदा है, साडी उहनूं कदे वेखण दी, मिलण दी एक इच्छा पैदा हुंदी है भी कि कदे मैं इहदी निकटता पा सकदा, कदे कि इहनूं मैं सरीरक तौर ते वेख सकदा। मैं एक बारी ह्यूस्टन गया, मेरे मित्र सी भाई हरभजन सिंह जोगी जी दे दमाद बहुत बीमार होए, डैथ बैड ते चले गए। एकदम उन्होंने रोग जिहड़ा सी वो डायगनोज होया, ते मैं गया तो उत्थे मिलन, क्योंकि कैंसर का दुनिया का सब तो वड्डा हॉस्पिटल ह्यूस्टन विच, अज तो नहीं, अज तो 35-40 साल पहला तो मैं कोशिश की भी उत्थे मैं कथा करा। तो उत्थे एक जिहड़ा प्रबंधक सी, उन्हें बड़ी वधिया गल की, कहंदा ज्ञानी जी भी कथावाचक तो बड़े आए, कथा सुन के संगत निहाल भी बड़ी हुई, पर कदे इन्नी खुश नहीं हुई जिन्नी तुहानूं मिल के हुई है, क्योंकि रोज़ रात नूं कथा सुनते सी। उन्होंने यही खुशी बड़ी सी भी असीं भाई साहब नूं मिल लिया, क्योंकि जिन्हों तुसीं सुनते हो, जिन्हों रोज़ तुसीं वेखदे हो, और जिन्हों हौली हौली तुसीं अपने मन विच प्यार करन लगदे हो, फिर तुहाडे मन विच एक रीझ हुंदी है कि की उस नूं मिलिया भी जाए, कि उस नूं वेखिया जाए। तो अज दी जिहड़ी ये बाणी है, इस बाणी दे विच शब्द आया है कि बोलना भी तुहाडे वस विच नहीं है। तो उहदी मौत की गल मैं तुहाडे नाल साझी कर रहा सी। इस तरह जदों मशकीन साहब पूरे होए, अचानक सवेरे टीवी दे उत्ते आउणा शुरू आ गया, बाबा बोलते थे कहाँ गए। की साझ है तुहाडी और मशकीन साहब दी? मेरी तो मशकीन साहब दी की साझ है? शायद मैनूं तो अज भी नहीं पता भी उन्होंने पुत्र किन्ने ने ते धीआं किन्नियां ने। एक दो बच्चों नूं मैं जानदा, पर कोई मैनूं गिणती पूछे तो मैनूं नहीं पता। पर सांझ किन्नी सी? मशकीन साहब साडे अपने सी, पर किसी कौन व्यक्ति है जिन्हें उस एक लाइन नूं सुनिया होएगा तो उहदी अखां नम नहीं होईयां होणगीआं। इहदा अर्थ की है? जब लग जोत काया मैं वरत है, ये सिर्फ उन्ना चिर है, ये जीवत लौ व्यवहार है। कोई ज़्यादा बोलता है, कोई उच्चा बोलता है, कोई कौड़ा बोलता है, कोई फिक्का बोलता है, कोई प्यार नाल बोलता है, पर ये बोलना उहदे अपने जोर विच नहीं है, उहदी अपनी शक्ति समर्था विच नहीं है, उहदे अपने अधिकार खेतर विच नहीं है। वो सिर्फ उन्ना ही बोल सकता है जिन्ना उन्होंने परमात्मा बुलाउंदा है। जिन्ने क शब्द बोलण दी उन्हें तुहानूं खुल दिती है, उस तो बाद तुसीं नहीं बोल सकते। इसे तरह
सच्चे पातशाह महाराज कहते ने केवल बोलना नहीं, आखना नहीं, चुप रहना भी तुहाडे वस विच नहीं है कि तुसीं कहो जी मैं तो बोलदा ही नहीं, मैं तो नहीं गल करदा। नहीं, चुप रहना भी तुहाडे जोर विच नहीं है, तुहाडे अधिकार खेतर च नहीं है। तुसीं नाम बोलो, ये भी तुहाडे अधिकार खेतर च नहीं। तुसीं बोल सको, ये भी तुहाडे अधिकार खेतर विच नहीं है। ये भी जोर रब दे हथ विच है, रब दी एडी ताकत है। क्योंकि इस तो पहला तुसीं किन्नियां पौड़ियां सुनियां ने जिन्हां दे विच बार बार तुसीं कहा है कि आदेश तिसै आदेश आद अनील अनाद अनाहत जुग जुग एको वेस। किन्नियां पौड़ियां लंघियां और इन्हां पौड़ियां तो बाद फिर तुसीं की किया? तुसीं कहा जी भी भावें एक जीबा तो दो हो जान, लख हो जान, ते लख जीबा नाल तुसीं लख लख वारी भी वाहिगुरू कह लो। एक दो जीबों लख हो है, लख होवें लख वीस, लख लख गेड़ा आखी है, एक नाम जगदीश। ए तरा पत पवड़ियां चढ़िए होए अकीस। हुण ये सारी उहदे वस विच है। मैं तो बहुत बारी बेनती करदा भी किनू नहीं पता कि शराब माड़ी है। बोतल दे उत्ते भी लिखिया भी सेहत वास्ते हानिकारक है, पर लोग मुल खरीद के पींदे ने। अमृत किसनू नहीं पता कि चंगा है, पर हाथ जोड़िया भी लोग नहीं छकदे। अमृत कौरा बिखिया मीठी, साकत की बिद नैनो डीठी। अमृत कौड़ा है, नहीं तो सारी दुनिया छक ना लवे। बिखिया मीठी, यार इन्नी मीठी है भी लोग मुल खरीद के पींदे ने। सुनिया किसी दे अमृत नाल फेफड़े गल गए, हुण शराब नाल 20 दे गले ने। लखां उदाहरणा होणगियां तुहाडे कोल। सच्चे पातशाह महाराज समझाउंदे ने कि परमात्मा की इबादत सिफत सलाह ते तुहानू रब दे नाल मिलाप भी करा सकती है, पर यह भी तुहाडे हथ विच नहीं, तुहाडे वस विच नहीं है। फिर चुप कर जाना, ये किहड़ा तुहाडे वस विच है? चुप है चुप ना होवई, जे लाए रहा लिवतार। जिन्ना मर्जी तुसी अपना यतन करो, क्योंकि जे मूँह नहीं बोलेगा तो मन बोली जाता है। जो आप ये कहने हैं भी किसी के ढिड चो बददुआ ना ले लेना, क्योंकि मूँह दियां गल्लां ते पूरियां नहीं होंदियां, तो आपां नूं पता भी कावां दे कहण ते ढोर कदे नहीं मरदे। हुण इहदी मैं तुहानूं व्याख्या भी सुना देना भी, क्योंकि मेरी जिहड़ी पंजाबी है ना वो बहुती पंजाबी हो जाती है। ढोर दा अर्थ हुंदा है पशु जानवर। भी जिवें कां नूं भुख लगी उन्हें कां कां कीती, कहंदे इहदे नाल थोड़ा किसी दी गां मੱਝ मर जाएगी भी कां नूं भुख लगी है। कावां दे कहण ते ढोर नहीं मरदे। मूँह दे नाल ते असीं हर एक नूं माड़ा कही जाने। इदू घट तो बोलते ही नहीं, मैं तेनों इंज कर देंगा, मैं तेनों उंज कर देंगा। पर यह गल सच है कि जे किते किसी दे ढिड चों कोई बददुआ निकले, यदा अर्थ है भी वो मूँह की मुथाज नहीं है। अंदरों पैदा होया दर्द, ओदी चीस जिहड़ी है वो किसी शब्दां की मुथाज नहीं है। ना थोड़े अपने वस विच चुप रहना है, ना थोड़े अपने वस दे विच बोलना है। हुण आपां कई बारी कह दिंदे भी ये बड़ा ही वधिया बोलदा है जी, ये घट बोलदा है जी, ये हुण चुप कर गया है जी। हाँ ठीक है, ये उक्तियां जुगतियां गुरु ने दसियां ने कि जिथे बोलन हारी है तिथे चंगी चुप।
पर चुप रह नहीं सकता बंदा। किड्डी लंबी कथा है महाभारत की। लवों ने खता की, सदियों ने सजा पाई। मुल्कां दे झगड़े हो गए सिर्फ इन्हां मूँह दे अखरां दे करके, इन्हां बुल्लां दे दो शब्दां दे करके। तो सच्चे पातशाह महाराज दूसरी पंक्ति में समझाउंदे ने, जोर ना मंगण देण ना जोर। तुसी मंग सको, इहदे विच भी तुहाडी कोई शक्ति नहीं। तुसी दे सको किसी नूं, इहदे विच भी तुहाडी कोई शक्ति नहीं है। तुहाडे अपने वस विच कुछ नहीं है। बड़े बड़े धनाड़ अमीर वेखे होणगे, उन्हां दे हिस्से विच दान पुण्य तरस दया सेवा आई नहीं, शब्द ही नहीं आया। मंगण दे विच भी साडे वस विच नहीं है कि असीं हर चीज़ मंग सकीए। मंग के प्राप्त करन दी गल ते जां प्राप्ति विचों कुछ वंड देण दी गल, ये बंदिया तेरे अपने वस विच नहीं है। बड़े लोग ऐसे ने जिहड़े मंग भी नहीं सकते, मंगते ही नहीं। ये भी उस मालिक की मर्जी है जिहड़ी 20 रुपइयां दे लंगर की कथा है, उन्होंने इस नज़रिए तो वेखण की लोड़ है। असीं उत्थों तक गए ही नहीं। इको ही गल फड़ ली है कि बाबे ने 20 रुपइयां का लंगर लाया, अज तक मुक्या ही नहीं। ये उस 20 रुपइयां दे लंगर का ये बाहरी प्रभाव है, ये कोई झूठ नहीं है। जे किसी ने बोलिया है, जे किसी ने सुनिया है, जे किसी ने ये ते विश्वास किया है, तो ये बिल्कुल 100% सच है। पर ये पिछे एक कथा भी है कि 20 रुपये लंगर ते किवें चले गए। वो तो मिले सी खरा सौदा करन लई, ते खरा सौदा ये सीगा कि चूड़काने दे उन्हां जंगलां दे विच जिहड़ा साधुआं दा अस्थान सी, उत्थों दा जिहड़ा वड्डा महंत सी, उहदा नाम सी संत रेन। उन्हें यही गल गुरु नानक साहब जी नूं कही सी कि बालक, असी इस करके साधु नहीं बने कि असी कुछ खाण पीण लई साधु बने। खाना पीना हुंदा ते घर छड्ड के क्यों आउंदे? घर सारे खांदे पींदे ही सी। साधु बने आ रब दे मिलाप वास्ते। रही गल साडे खाण पीण दी, असी छड्डिया भी नहीं है। हाँ, विश्वास रब ते कीता है, जे वो घल देवे ते खा लैने आ, ना घले ते उड़ीकदे नहीं आ। देखो जिहड़े सबर संतोख संतोष, हुण इन्हां शब्दां दी व्याख्या विच जाओगे तो दुनिया बहुत पिछे है। साडा तां संतोख मजबूरी है, बेबसी का ना संतोख है, सबर है। जदों है ही कुछ नहीं तो नहीं जी मैं तो जी बस थोड़े ची गुजारा कर लेना, भी कर नहीं लेंदा, हथ नहीं पैंदा तेरा। जे हथ पैंदा होवे तो पता नहीं तू किन्नी की दुनिया लुट लैनो। सच्चे पातशाह महाराज ने सानू समझाया कि मंग सकना ये भी तुहाडे वस विच नहीं है। उन्हां साधुआं ते गुरु ने इन्नी किरपा कर दी कि वो मंगदे ही नहीं सी। ते गुरु नानक साहब कहन लगे भी इस तो सच्चा सौदा, इस तो खरा सौदा किहड़ा हो सकता है। उस वेले चूड़काने गए, गड्डियां ते समान लिआंदा, लंगर भोजन छका दिता। बोल सकना साडे वस विच नहीं है। कबीर जो हम जंत बजावते, टूट गई सब तार। जंत बेचारा क्या करे, चले बजावन हार। असी नहीं बोलते, साडे अंदर कोई बोलता है। भाई वीर सिंह नूं पढ़ियो सुनियो, उन्होंने पंछियां दा नाम लैके उन्हां दी आवाज़ का जिक्र करके कहा है। वो कहते भी दुनिया के लोगों तुसी कहने हो, घुग्गी कहती है कूं कूं,
वो कहते मैनू इदा लगता, वो कहती है तू ही तू। आवाज़ तो क्या उन्होंने हुण पहला कोले वाले इंजन होंदे सी, शक 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 करके चलते सी, उन्होंने उहदे विचों भी रब की आवाज़ कढ़ के दसी है कि मैनू तो लगता भी ये भी रब का ही नाम लेंदे ने। सतगुरु की बाणी भी कहती है कि जिन्ने पंखेरू जीव बोलते ने परमात्मा तो बिना कोई नहीं है। सारे परमात्मा दे जीव ने, सारे परमात्मा दे बुलाए बोलते ने भाई। बोल सकना, चुप रह सकना, मंग सकना, दे सकना, कि दुनिया दे विच अमीर धनाड़ है नहीं लोग। मैं तो बहुत बारी बेनती की डायना दी, अगर वह परसनल जीवन लवो तो उन्हें अपने घर वाले नूं छड्ड के एक मित्र नाल शादी कर ली। वह नाम डोडी सी, मुसलमान सी, आप वो क्रिश्चन सी। बड़े बड़े वड्डे शोरूम ने इंग्लैंड में डोडी दे। पर मैं एक छोटा जिहा तुहाडा सेवादार हाँ। मैं अपनी जिंदगी विच जिन्नी कि मैं गुजार लई है, मैनू मेरे तो बाद नहीं पता, पर इन्नी कि जिंदगी च मैं ये वेख्या भी उस उस औरत दे नडोए विच जिहड़ी अंतिम यात्रा सी, अर्थी दी यात्रा जिहड़ी सी, इन्नी दुनिया अजे तक मैं नहीं वेखी। 60 लाख लोग उहदी अंतिम यात्रा विच शामिल होए। 80 कंट्री जिन्हां ने 6 घंटे लाइव किया, और 6 घंटे मैं लाइव वेख्या। मैं खुद बैठा रहा टीवी अगे, 6 घंटे उहदी यात्रा चलती रही कब्रस्तान तक। हुण उहदे जिहड़े बाहरी कर्म ने वो की है कि उन्हें तो अपने घर वाला छड्डता जी, वो तो किसी अपने मित्र नाल विआह करा लिया जी। ये उहदी बुराई का एक पक्ष है, पर उहदा भी आधार यह है कि उदों शुरू होया जदों उहदे घर वाले ने बुराई की है। पहला प्रिंस ने गलती की, डायना ने मगरों की है। उन्हें तो उन्होंने दसिया है कि जे तू कर सकदा है तो मैं क्यों नहीं कर सकती। पर तुसी उस औरत का दूसरा पक्ष वेखो, फैशन दे नाल वो नहीं सी चलदी। फैशन उहदे नाल चलदा सी जिहड़े सैंडल पा लैंदी सी, जिद्दां दा हेयर स्टाइल बना लैंदी सी, दुनिया तुरदी सी। सारी उम्र उस औरत ने चैरिटी की है। अपनी एक एक चीज़ वेच के उन्हें सैंडलों तो लैके परसा तक एक एक चीज़ वेचनी, अफ्रीका विच जाके गरीबां ते पैसा खर्च करना। कि दान हर बंदा कर सकदा है? जिहड़े आपां नितनेमी आ, तुसीं दस दो भी असीं दान किन्ना क करदे आ? साडे च बहुते कड़ा मार के मत्था टेकते ने गोलक नूं भी खड़का आ जाए भी वाह वाह पैसे सुट्टते होने ज्ञानी जी ने। 5 रुपये मत्था टेकण की हैसियत नहीं रखते आप, उदा करोड़पति हाँ। पर की ये पैसा साडे नाल जाना है? नहीं। पर असी भुलेखे च हो सकता चला जाए, पर उन्होंने औरत नूं पता सी मेरे नाल नहीं जाना। सब तो वध दुनिया में उहदी किताब विकी है। देखो असी एक बुराई का पक्ष लैने, मैं कहना बुराई मान के चलो, ये भी सेध मिलेगी। बुराई तो बुराई रहनी है। ईशाई नाल बुराई धोती नहीं जा सकती। जिवें आपां रोज़ प्लस माइनस करते हैं ना कि पाप करे पंचां के बासरे, तीरथ नहाए कहें सब उतरे, ये नहीं जी होना। आ जिहड़ी कथा सुन रहे हो जपजी साहब की, इहदा तात्पर्य ये है चंगियाइयां बुरियाइयां ये 2 फाइलां पेश होणगियां रब कोले। चंगियाई की फाइल वखरी भी आ इन्हें नेकी की है, बुराई की फाइल वखरी होएगी भी आ इन्हें बुरे काम किए ने। साड़ी गलती की, असी रोज़ ही शाम को प्लस माइनस कर लेने भी 4 बारी झूठ बोलिया, 400 रुपया दान किया, चलो जी बराबर हो गया। ये बंदिया तेरा कैलकूलेटर उत्थे नहीं चलना। उतों की कसवटी होर है, उतों की कुटवारी होर है। उतों का राजा जिहड़ा वो धर्म राजा है, वो इंसाफ करदा है।
ਉਹਨੇ ਕੋਈ ਬੇਇਨਸਾਫੀ ਨਹੀਂ ਕਰਨੀ, ਕੋਈ ਕਲੈਰੀਕਲ ਮਿਸਟੇਕ ਨਹੀਂ ਹੋਣੀ ਉਹਦੇ ਦਰਬਾਰ ਵਿੱਚ, ਕੋਈ ਝੂਠੇ ਗਵਾਹ ਨਹੀਂ ਚੱਲਣੇ ਉੱਥੇ। ਤੁਸੀਂ ਦੇ ਸਕੋ, ਇਹ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ। ਹਰ ਆਦਮੀ ਦਾਨ ਨਹੀਂ ਜੇ ਕਰਦਾ। ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਨੂੰ ਭਾਈ ਗੁਰਦਾਸ ਦੀ ਬਾਣੀ ਦਾ ਅਮਲ ਹੈ, ਭਾਈ ਗੁਰਦਾਸ ਜੀ ਦੀ ਬਾਣੀ ਦਾ ਉਹਨਾਂ ਦੇ ਜੀਵਨ ਦੇ ਵਿੱਚ ਕਮਾਈ ਹੈ ਕਿ ਹੱਥੋਂ ਦੇ ਕੇ ਭਲਾ ਬਣਾ। ਤੇ ਸੱਚੇ ਪਾਤਸ਼ਾਹ ਦੀ ਤੇ ਬਾਣੀ ਨੇ ਸਮਝਾਈ ਇਹ ਸੀ, ਅਣਹੋਂਦਾ ਆਪ ਵੰਡਾਏ। ਹੋਸ਼ ਕਰ ਕਰੋਗੇ ਕਿ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ, ਪਰ ਫਿਰ ਵੀ ਸ਼ੇਅਰ ਕਰਨ ਲਈ ਤਿਆਰ ਬੈਠੇ ਹੋ ਤੁਸੀਂ। ਇਹ ਸਿੱਖਾਂ ਨੂੰ ਕਹਿੰਦੇ, ਅਮੀਰਾਂ ਨੂੰ ਨਹੀਂ ਕਹਿੰਦੇ। ਇਹ ਅਮੀਰਾਂ ਨੂੰ ਨਹੀਂ ਕਹਿੰਦੇ, ਸਿੱਖਾਂ ਨੂੰ ਕਹਿੰਦੇ ਨੇ। ਕਹਿੰਦੇ ਸਿੱਖ ਛਕਦਾ ਹੋਵੇ ਲੰਗਰ, ਉੱਤੋਂ ਆ ਜਾਵੇ ਦੁਸ਼ਮਣ ਤਾਂ ਉਹਨੂੰ ਵੀ ਕਹਿੰਦਾ ਭਰਾ ਅੱਧੀ ਰੋਟੀ ਤੂੰ ਖਾ ਲੈ, ਅੱਧੀ ਮੈਂ ਖਾ ਲੈਣਾ। ਧਰਮ ਦੇ ਕਰਮ ਨੇ, ਸਿੱਖ ਦੇ ਕਰਮ ਨੇ। ਬਾਣੀ ਦਾ ਉਪਦੇਸ਼ ਇਹ ਹੈ, ਪਰ ਇਹ ਹਰ ਵਿਅਕਤੀ ਨਹੀਂ ਕਰ ਸਕਦਾ। ਹਰ ਵਿਅਕਤੀ, ਜੇ ਆਪਾਂ ਕਹੀਏ ਵੀ ਮੰਗਣਾ ਮਾੜਾ ਹੈ, ਨਹੀਂ, ਹਰ ਬੰਦਾ ਮੰਗ ਵੀ ਨਹੀਂ ਸਕਦਾ। ਹਰ ਬੰਦਾ ਦੇ ਸਕਦਾ ਹੈ। ਤੁਸੀਂ ਕਹੋ ਜੀ ਇਹਦੇ ਕੋਲ ਤੇ ਬੜੀ ਸਮਰੱਥਾ ਹੈ, ਨਹੀਂ, ਹਰ ਬੰਦਾ ਦਾਨ ਵੀ ਨਹੀਂ ਕਰ ਸਕਦਾ। ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਆਪਣੀ ਤਾਕਤ ਨਾਲ ਤੁਸੀਂ ਉਮਰ ਵਧਾ ਨਹੀਂ ਸਕਦੇ ਤੇ ਆਪਣੀ ਮਰਜ਼ੀ ਨਾਲ ਤੁਸੀਂ ਉਮਰ ਘਟਾ ਵੀ ਨਹੀਂ ਸਕਦੇ। ਮੌਤ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ। ਇਸੇ ਕਰਕੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਕਿੱਥੇ ਮਰਨਾ ਹੈ, ਕਿਵੇਂ ਮਰਨਾ ਹੈ, ਕਦੋਂ ਮਰਨਾ ਹੈ, ਇਹ ਨਿਸ਼ਚਿਤ ਹੈ। ਇਸੇ ਗੱਲ ਦਾ ਹੀ ਇੱਕ ਮਨ ਦੇ ਵਿੱਚ ਇੱਕ ਸੰਸਾ ਹੈ, ਕਿਆ ਜਾਣੋ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਜੇ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੌਤ ਵੀ ਸਾਡੇ ਵੱਸ ਵਿੱਚ ਨਹੀਂ ਹੈ। ਕਦੋਂ ਹੋਏਗੀ, ਕਿੱਥੇ ਹੋਏਗੀ, ਕਿਹੋ ਜਿਹੀ ਹੋਏਗੀ। ਤੁਸੀਂ ਵੇਖਿਆ ਪੰਜਾਬ 'ਚ ਇੱਕ ਬੱਚਾ ਮਰਿਆ, ਮੈਂ ਕਦੇ ਉਹਦਾ ਕੋਈ ਗੀਤ ਨਹੀਂ ਸੁਣਿਆ। ਉਹਦੀਆਂ ਬੰਦੂਕਾਂ ਨਾਲ ਹੀ ਮੈਨੂੰ ਨਫ਼ਰਤ ਸੀ। 6 ਵਜੇ ਮੈਨੂੰ ਕਿਸੇ ਬੱਚੇ ਨੇ ਕਿਹਾ ਕਿ ਉਹਨੂੰ ਗੋਲੀ ਵੱਜ ਗਈ ਹੈ। ਮੈਂ ਕਿਹਾ ਬੰਦੂਕਾਂ ਚੁੱਕੀ ਫਿਰਦਾ ਸੀ, ਗੋਲੀ ਤੇ ਵੱਜਣੀ ਸੀ। ਮਤਲਬ ਜੋ ਮੇਰੇ ਮੂੰਹ ਤੋਂ ਨਿਕਲਿਆ, ਕੋਈ ਇਹਦੇ 'ਚ ਮੈਂ ਸ਼ਬਦ ਵਧਾ ਘਟਾ ਕੇ ਨਹੀਂ ਕਹਿ ਰਿਹਾ। 9:30 ਕਥਾ ਤੋਂ ਸਮਾਪਤ ਹੋਈ। ਮੈਂ ਫਿਰ ਜਦੋਂ ਕਮਰੇ 'ਚ ਗਿਆ ਤਾਂ ਉਹਨਾਂ ਕਿਹਾ ਜੀ ਉਹ ਤੇ ਮਰ ਗਿਆ। ਮੈਂ ਫੇਸਬੁੱਕ ਖੋਲ੍ਹੀ, ਸਭ ਤੋਂ ਪਹਿਲਾਂ ਮੇਰੇ ਆਪਣੇ ਬੇਟੇ ਦੇ ਕਮੈਂਟ ਸਨ, ਆਈ ਕਾਂਟ ਬਲੀਵ। ਫਿਰ ਮੈਨੂੰ ਲੱਗਿਆ ਵੀ ਜੇ ਮੇਰਾ ਪੁੱਤ ਕਹਿ ਰਿਹਾ ਹੈ ਤੇ ਮੈਨੂੰ ਵੇਖਣਾ ਤੇ ਚਾਹੀਦਾ ਵੀ ਹੈ ਕੀ ਹੈ। ਅਖੀਰ 11:30 ਵਜੇ ਰਾਤ ਨੂੰ ਮੈਂ ਰੋ ਕੇ ਸੋਇਆ। ਕੀ ਹੱਕ ਹੈ ਸਾਨੂੰ ਕਿਸੇ ਦੇ ਮਾਂ-ਪਿਓ ਦਾ, ਇੱਕ ਬੱਚਾ ਹੋਵੇ ਤਾਂ ਅਸੀਂ ਉਹਨੂੰ ਵੀ ਖੋਹ ਲਈਏ। ਮੈਂ ਕਹਿੰਦਾ ਲੱਖ ਮਾੜਾ ਹੋਵੇ, 4-5 ਘੰਟਿਆਂ ਦੇ ਵਿੱਚ ਮੇਰੀ ਆਪਣੀ ਅਵਸਥਾ ਬਦਲ ਗਈ। ਉਸ ਤੋਂ ਬਾਅਦ ਉਸ ਬੱਚੇ ਨੂੰ ਮੈਂ ਸੁਣਨਾ ਸ਼ੁਰੂ ਕੀਤਾ। ਉਹਦੇ ਜੀਵਨ ਦੇ ਔਗਣ ਵੀ ਨੇ, ਗੁਣ ਵੀ ਨੇ। ਇੱਥੇ ਬੈਠ ਕੇ ਮੈਨੂੰ ਕੋਈ ਸਰਟੀਫਿਕੇਟ ਦੇਣ ਦਾ ਅਧਿਕਾਰ ਨਹੀਂ ਹੈ, ਪਰ ਮੈਂ ਇੱਕ ਗੱਲ ਅੱਜ ਉਹਦਾ ਭੋਗ ਵੀ ਹੈ, ਮੈਂ ਕਹਿਣੀ ਚਾਹੁੰਦਾ। ਐਸੇ ਬੱਚਿਆਂ ਨੂੰ ਜਿਹੜੇ ਉਸ ਮਰਨ ਵਾਲੇ ਵਰਗੇ ਨੇ, ਕਿ ਜੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੰਨੀ ਬੇਬਾਕੀ ਦੇ ਦਿੱਤੀ ਹੈ ਤਾਂ ਫਿਰ ਧਰਮ ਲਈ ਕੁਛ ਕਰੋ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਮਾਰਿਆ ਹੈ, ਅੱਛਾ ਨਹੀਂ ਕੀਤਾ, ਪਾਪ ਕੀਤਾ ਹੈ, ਪਰ ਇੱਕ ਪੱਖ ਉਹਦਾ ਵੀ ਏਡੀ ਬਹਾਦਰੀ, ਏਡੀ ਦਲੇਰੀ। ਕੋਈ ਜੰਗਲ ਨਹੀਂ, ਕੋਈ ਪਹਾੜ ਨਹੀਂ, ਕੋਈ ਇਕਾਂਤ ਉਜਾੜ ਬੀਆਬਾਨ ਨਹੀਂ, ਪਿੰਡ ਵਿੱਚ ਘੇਰ ਕੇ ਬੰਦਾ ਮਾਰ ਦੇਣਾ। ਉਹ ਭਰਾਓ ਸਾਡੇ ਬੱਚਿਓ, ਜੇ ਤੁਸੀਂ ਇੰਨੇ ਹੀ ਜਰਨੈਲ ਬਣ ਗਏ ਹੋ ਤਾਂ ਫਿਰ ਕੁਝ ਕੌਮ ਲਈ ਕਰ ਲਓ ਪੁੱਤ। ਆਪਣੇ ਇੱਕ ਦੂਜੇ ਨੂੰ ਮਾਰ ਕੇ ਮਰ ਜਾਣਾ ਤੁਸੀਂ। ਬਹਾਦਰੀ ਭਾਈ ਬਿਧੀ ਚੰਦ ਵਿੱਚ ਸੀ, ਚੋਰੀਆਂ ਕਰਦਾ ਸੀ, ਪਰ ਜੇ ਉਹਨੇ ਗੁਰੂ ਵਾਲੇ ਪਾਸੇ ਮੂੰਹ ਕੀਤਾ ਤੇ ਬਿਧੀ ਚੰਦ ਛੀਨਾ
गुरु का सीना। किड्डी वड्डी थां उन्होंने रब दे घर विच प्राप्त हुई। बच्चों ना इस रस्ते ते जाओ, ना बनो गैंगस्टर। तुहानू नहीं पता तुहाडे तो बाद तुहाडे माँ बाप की की हालत होएगी। फिर मैं अपने बेटे नू पूछा, मैं कि तेरी की अटैचमेंट है? वो मैनू बहुत प्यार करदा है। मैनू कहता पापा मैं ना इनू सुनदा नहीं सी हुंदा, ना मैनू लाइक करदा सी। कहता पर एक दिन मैं फेसबुक खोली तो कह रहा सी भी प्यो वर्गा दुनिया च कोई यार नहीं हो सकता, कोई मित्र नहीं हो सकता। फिर उन्हें अपने प्यो की गल सुनाई होनी है कि मेरा प्यो आर्मी च सीगा, उत्थे बम ब्लास्ट होया, मेरे फादर दे कन्नां दी सुनने की शक्ति चली गई, घट सुनदा उहदे प्यो नूं। पर वो कहंदा भी जे मैं चंडीगढ़ जाना छड्ड के तो बापू बस ते चढ़ के चंडीगढ़ आ जाता है। जे मैं किते गाउण लई तुरदा तो कहंदा मुंडे मगरों बहिंदे ने, बापू चढ़ के बस कार च पहलां बह जांदा है। और मरन वाले दिन भी तुसीं वेखो वो गड्डी छड्ड के ते सिपाही छड्ड के चला गया। तो जिवें बापू नूं पता लगा वो मगर भज पिया, कहंदा पापा मेरी उहदे नाल यही सांझ है। मैनूं इदां लगदा सी भी वो दुनिया नूं कहूगा कि अपने माँ प्यो नूं प्यार करया करो। कहता मेरी यही सांझ। और मैं हर बच्चे नूं कहना चाहुंदा कि जे तुसीं उस बच्चे नूं प्यार करदे हो तो एक गल तो उहदी पल्ले बन लो ना, अपने माँ प्यो की इज्जत शुरू कर लो कि कल्ली उहदी फोटो ला के तुसीं वराग पैदा करोगे। उन्हें केस रखे सी, उन्हें पग रखी सी। ये तो साडे गाउण वालियां नूं भी सीखना चाहिए। वो जिन्नी क सिक्खी संभाली जाती उन्नी सही। मैं बाहरले मुल्कां जाना, उत्थे जदों सिख परेड हुंदी है, नगर कीर्तन हुंदे ने, जदों गुरपुरब मनाए जाते ने, जलूस निकलते ने, तो पता गुरुद्वारियां वाले की कहते ने? कहते असीं तुहानूं कुछ नहीं कहते, दस्तारां साडे कोलों लै जाओ, पर गुरपुरब वाले दिन बन के आयो जी। और मेरा विश्वास है कि जे 100 बच्चा उस दिन पग बन के आउंदा है ना, तो 90 कि शाम नूं उतरदियां ने, 10 बज जांदियां ने, क्योंकि तुसीं पग बन के आए। उत्थे एक सिक्खी दा जलाओ सजिया, तो घट्टो घट्ट तुहानूं 10 15 20 बंदे तो कहणगे ओ यार कमाल हो गई, बड़ी सोहनी पग बद्धी तूं। उत्थे बच्चा इनकरज हुंदा है, उन्होंने प्रेरणा मिलती है। तो जिहड़ा पग बन्नण लग जाएगा फिर उन्होंने ये भी होएगा भी मैं रोडे पोडे सिर ते काहदी पग बन्नणी यार, मैनूं थल्ले जूड़ा भी रखना चाहिए। जदों जूड़ा रख लिया, पग बन्नण लग गया, अगों फिर मेरे वर्गे ज्ञानियां ने फड़ लेना है, वो काका एडी सोहनी तेरी, हाँ जी है पुत्त तू थोड़ी जी दाढ़ी भी रख ला। इदों अगे कोई होर आ जाणगे जिहड़े मेरे तो भी गाह ने, उन्हें फड़ के उन्होंने अमृत भी छका देना है। सिक्खी इदां ही प्रेरणा दिंदी है, पर ये सब कुछ साडे वस विच नहीं है, ये भावी है, इदां ही होना सी। कि उस बच्चे नूं नहीं सी पता कि मैनूं लोग मारना चाहुंदे ने, वो तो गाने गाउण लग गया सी, कहता बापू तेरे पुत्त ने एक दिन चले जाना है। मर जाना कोई वड्डी गल नहीं, मार देना भी कोई बहुती वड्डी गल नहीं, पर है उहदे हुक्म दे विच। पर एक गल जरूर चेता रखना कि जदों रब ने ये सारी मर्यादा बधी है ना, ये मुकत किसी रू नहीं किया, किसी व्यक्ति को मुकत नहीं किया। सब दे दोष जिहड़े ने वो लिखे जाणगे, चंगियाइयां बुराइयां का लेखा वखरा वखरा होएगा। साडे वस विच नहीं, जोर ना राज माल मन शोर। राज प्राप्त कर लेना, पदार्थ प्राप्त कर लेने, ये साडे जोर विच नहीं है। जिदा जोर विच होवे तो सारियां पार्टियां सरकार बना लेन, नहीं। ये तो उस मालिक की मर्जी, उहदे हथ विच है। वो कीड़ा थाप दे पातशाही, लश्कर करे सुआ, ये उहदा जोर है। साडे जोर दे विच ना बोलना, ना चुप रहना, ना मंग सकना, ना दे सकना, ना जीव सकना,
ਨਾ ਮਰ ਸਕਣਾ ਤੇ ਨਾ ਹੀ ਇਹ ਰਾਜ ਤੇ ਧਨ ਦੌਲਤ ਪਦਾਰਥ ਪ੍ਰਾਪਤ ਕਰ ਸਕਣਾ। ਸਾਡੀ ਤੇ ਹਾਲਤ ਇਹ ਹੈ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਮਾਰ ਸਕਦੇ ਆ ਪਰ ਸਭ ਕੁਝ ਅਸੀਂ ਕਰ ਨਹੀਂ ਸਕਦੇ। ਕਰਨ ਕਰਾਉਣ ਵਾਲਾ ਤੇ ਰੱਬ ਆਪ ਹੈ। ਅਸੀਂ ਕਰਤਾ ਪੁਰਖ ਨਹੀਂ ਆ। ਸਾਨੂੰ ਇਹ ਫੂਫਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਜੇ ਕੁਝ ਮਿਲਿਆ ਹੈ ਤੇ ਉਹਦੀ ਗ੍ਰੇਸ ਹੈ, ਇਹ ਉਹਦੀ ਕਿਰਪਾ ਹੈ। ਜੇ ਚਲਾ ਗਿਆ ਹੈ ਤੇ ਇਹ ਉਹਦਾ ਹੱਕ ਹੈ ਕਿ ਜੇ ਉਹ ਦੇ ਸਕਦਾ ਤਾਂ ਉਹ ਲੈ ਵੀ ਸਕਦਾ ਸਾਡੇ ਕੋਲੋਂ। ਇਸੇ ਕਰਕੇ ਕਿਹਾ ਨਾ ਕਿ ਇੱਕ ਨਾ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ। ਇਹ ਵੀ ਉਹਦੀਆਂ ਦਾਤਾਂ ਨੇ। ਕੱਲਾ ਇਹ ਦਾਤਾਂ ਨਹੀਂ ਵੀ ਕੋਠੀ ਮਿਲੀ ਤੇ ਦਾਤ, ਕਾਰ ਮਿਲੀ ਤੇ ਦਾਤ, ਪੁੱਤਰ ਮਿਲੀ ਤੇ ਦਾਤ, ਨਹੀਂ। ਜੇ ਉਹ ਕੁਝ ਵਾਪਸ ਲੈਂਦਾ ਇਹ ਵੀ ਉਹਦੀ ਦਾਤ ਹੈ, ਇਹ ਵੀ ਉਹਦੀ ਦਾਤ ਹੈ। ਇਸ ਕਰਕੇ ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ। ਆ ਧਰਮ ਕਰਮ ਵੀ ਤੁਹਾਡੇ ਆਪਣੇ ਵੱਸ ਵਿੱਚ ਨਹੀਂ ਹੈ। ਤੁਹਾਡੇ ਅੰਦਰ ਸੁਰਤ ਪੈਦਾ ਹੋ ਜਾਏ, ਆਤਮਿਕ ਜਾਗ ਲੱਗ ਜਾਏ, ਤੁਹਾਡੇ ਅੰਦਰ ਗਿਆਨ ਪ੍ਰਾਪਤ ਹੋ ਜਾਏ, ਪ੍ਰਗਟ ਹੋ ਜਾਏ, ਤੁਹਾਡੇ ਅੰਦਰ ਵਿਚਾਰ ਚਿੰਤਨ ਆ ਜਾਏ, ਇਹ ਤੁਹਾਡੀ ਆਪਣੀ ਸ਼ਕਤੀ ਨਹੀਂ ਹੈ, ਤੁਹਾਡੇ ਆਪਣੇ ਹੱਥ ਵਿੱਚ ਹੈ ਹੀ ਨਹੀਂ। ਇਹ ਵੀ ਉਸ ਮਾਲਕ ਦੇ ਹੱਥ ਵਿੱਚ ਹੈ। ਜੋਰ ਨਾ ਜੁਗਤੀ ਛੁਟੇ ਸੰਸਾਰ। ਕੋਈ ਐਸੀ ਜੁਗਤੀ ਕਿ ਜੰਮਣਾ ਮਰਨਾ ਹੀ ਮੁੱਕ ਜਾਏ, ਸਤਿਗੁਰੂ ਕਹਿੰਦੇ ਵੀ ਤੇਰੇ ਹੱਥ ਵਿੱਚ ਨਹੀਂ ਹੈ। ਇਹ ਵੀ ਤੇਰੀ ਸ਼ਕਤੀ ਨਹੀਂ ਹੈ। ਇਹ ਉਹ ਚਾਹੇਗਾ ਤੇ ਤੈਨੂੰ ਉਸ ਰਸਤੇ ਤੇ ਪਾ ਦੇਗਾ, ਨਹੀਂ ਚਾਹੇਗਾ ਤੇ ਉਸ ਰਸਤੇ ਤੇ ਤੁਰਦੇ ਨੂੰ ਵੀ ਵਾਪਸ ਕੱਢ ਲਏਗਾ। ਇਹ ਜ਼ੋਰ ਵੀ ਉਹਦਾ ਹੈ, ਇਹ ਸ਼ਕਤੀ ਵੀ ਉਹਦੀ ਹੈ, ਇਹ ਅਧਿਕਾਰ ਖੇਤਰ ਵੀ ਉਹਦਾ ਹੈ ਕਿ ਕੌਣ ਹੈ ਜਿਹੜਾ ਜੰਮਣ ਮਰਨ ਤੋਂ ਮੁਕਤ ਹੋਵੇਗਾ। ਉਹ ਕੌਣ ਹੈ? ਜਿਹਨੂੰ ਸੁਰਤੀ ਗਿਆਨ ਵਿਚਾਰ ਦੀ ਪ੍ਰਾਪਤੀ ਹੋਏਗੀ। ਜਿਸ ਹੱਥ ਜੋਰ ਕਰ ਵੇਖੈ ਸੋਏ। ਗੁਰੂ ਨਾਨਕ ਦੇ ਪਿਤਾ ਜੀ ਫੈਸਲਾ ਦਿੰਦੇ ਨੇ ਕਿ ਭਾਈ ਫਿਰ ਜੋਰ ਕਿਹਦੇ ਕੋਲ ਹੈ? ਕਹਿੰਦੇ ਭਾਈ ਜਿਹਦੇ ਕੋਲ ਹੈਗਾ ਉਹ ਕਰਕੇ ਵੇਖ ਤੇ ਰਿਹਾ। ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਅਕਸਰ ਦੁੱਖ ਸੁੱਖ ਦੇ ਵੇਲੇ ਸੁਣਦੇ ਹਾਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨੂੰ ਜਪਜੀ ਸਾਹਿਬ ਕਹਿੰਦੇ ਨੇ। ਇਹ ਜਪਜੀ ਸਾਹਿਬ ਨਹੀਂ ਹੈ ਵੀ ਮੈਂ 21 ਇੰਦੌਰ ਕਰ ਲੈ ਤੇ ਦੂਜੇ ਨੇ 21 ਜਬਲਪੁਰ ਕਰ ਲੈ, ਤੀਜੇ ਨੇ ਨਾਗਪੁਰ ਕਰ ਲੈ, ਤੇ ਕਰਕੇ ਲੱਖ ਇਕੱਠਾ ਤੇ ਕਿਸੇ ਬਾਬੇ ਨੇ ਅਰਦਾਸ ਕਰਤੀ ਜੀ, ਲੱਖ ਪਾਠ ਹੋ ਗਿਆ ਜੀ। ਪਾਠ ਤੇ ਇੱਕ ਹੀ ਬਹੁਤ ਹੈ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ बीच ना आयो। जिस हथ जोर कर वेखे सोए। जिहदे हथ विच है वो वेख रहा है। जिव जिव तेरा हुक्म तिवें तिव होवना, जै जै रखे आप तैं जाए खड़ोवना। सब ओदे हुक्म दे विच हो रहा है, ओदी खेड है। कोई मेरे वर्गा बाहर भी चला गया तो ये मेरी नहीं है, ये भी बेद है। कोई बाहर जाके भी कामयाब नहीं होया, ये भी ओदी कुदरत है। कईयां दे इत्थे वारे नियारे ने, ये भी ओदी किरपा है। इहदा अर्थ है कि जदों भी इत्थे आईए ना, इक्को गल जोड़ समझ लो कि साडे कोल आ हाथ जोड़ों तो इलावा है ही कुछ नहीं, कुछ भी नहीं है। जिस ठाकर से ना ही चारा, ताको कीजै सद नमस्कारा। जिस मालिक दे अगे साडा जोर ही नहीं है, जिथे बोलन हारी है तिथे चंगी चुप। नानक उत्तम नीच ना कोई। ते जिन्होंने ये भेद समझ आ गया, वो रब दे घर विच ना कोई उत्तम है, ना कोई नीच है, ना कोई चंगा है, ना कोई माड़ा है। तुसीं वेख्या ही है,
ਘਰਾਂ ਦੇ ਵਿੱਚ ਨੌਕਰ ਨੇ, ਘਰ ਦੇ ਵਾਧੇ ਘਾਟੇ ਵਿੱਚ ਨੌਕਰ ਦਾ ਕੋਈ ਦੋਸ਼ ਨਹੀਂ ਹੈ। ਘਾਟਾ ਪੈ ਗਿਆ, ਘਰ ਦੇ ਵਿੱਚ ਕੋਈ ਹੋਰ ਜ਼ਿੰਮੇਵਾਰ ਹੈ, ਘਰ 'ਚ ਵਰਿੱਧੀ ਹੋ ਗਈ, ਕੋਈ ਹੋਰ ਜ਼ਿੰਮੇਵਾਰ ਹੈ। ਕਿਉਂਕਿ ਨੌਕਰਾਂ ਨੇ ਤੇ ਕਦੇ ਕਿਸੇ ਫੈਸਲੇ ਵਿੱਚ ਦਖਲ ਦਿੱਤਾ ਹੀ ਨਹੀਂ। ਉਹਨਾਂ ਨੂੰ ਕਿਹਾ ਬੈਂਕ 'ਚ ਪੈਸੇ ਜਮ੍ਹਾਂ ਕਰਾ ਦਿਓ, ਨਾ ਕਰਾਤੇ। ਤੁਸੀਂ ਕਿਹਾ ਜੀ ਪੈਸੇ ਕੱਢ ਕੇ ਉੱਥੇ ਦੇ ਆਓ, ਦੇ ਆਏ। ਤੁਸੀਂ ਕਿਹਾ ਜੀ ਮਾਲ ਲੈ ਆਓ, ਉਹ ਲੈ ਆਏ। ਤੁਸੀਂ ਕਿਹਾ ਜੀ ਮਾਲ ਦੇ ਆਓ, ਉਹ ਦੇ ਆਏ। ਪਰ ਤੁਸੀਂ ਕਦੇ ਕਿਹਾ ਵੀ ਅਸੀਂ ਨੌਕਰਾਂ ਕਰਕੇ ਇੱਦਾਂ ਹੋ ਗਏ? ਹਾਂ, ਬੇਈਮਾਨ ਨੌਕਰ ਨਾ ਹੋਣ। ਜਿਹੜੇ ਮਾਲਕ ਦੇ ਹੁਕਮ ਦੇ ਨੌਕਰ ਨੇ ਉਹ ਕਦੇ ਵੀ ਦੋਸ਼ੀ ਨਹੀਂ ਹੁੰਦੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਤੂੰ ਤਾਂ ਨਾ ਉੱਤਮ ਹੈ ਨਾ ਨੀਚ ਹੈ, ਤੂੰ ਤਾਂ ਮੁਕਤ ਹੈ। ਪਰ ਜੇ ਸਮਝ ਲਵੇਂ ਕਿ ਜ਼ੋਰ ਤੇ ਰੱਬ ਦਾ ਹੈ, ਹੁਕਮ ਤੇ ਉਹਦਾ ਹੈ, ਕਰਨਾ ਤਾਂ ਉਸਨੇ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸੇਵਾ ਤਾਂ ਸੰਗਰਾਂਦ ਵਾਲੇ ਦਿਨ ਦੀ ਸੀ, ਪਰ ਦਾਸ ਨੇ 10 ਕੁ ਦਿਨ ਵਾਸਤੇ ਅਮਰੀਕਾ ਜਾਣਾ। ਇਸ ਕਰਕੇ ਮੈਂ ਬੇਨਤੀ ਕੀਤੀ ਕਿ ਮੈਨੂੰ ਸੇਵਾ ਪਹਿਲਾਂ ਦੇ ਦਿਓ, ਮੈਂ ਹਾਜ਼ਰੀ ਭਰ ਜਾਵਾਂ। ਸੋ ਸਮਾਂ ਵੰਡ ਕਰਨ ਵਾਲਿਆਂ ਦਾ, ਪ੍ਰਬੰਧਕਾਂ ਦਾ ਵੀ ਧੰਨਵਾਦ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।